ਅੱਜ ਆਓ ਅਸੀਂ ਪਰਮੇਸ਼ਵਰ ਦਾ ਨਜ਼ਰੀਆ ਅਤੇ ਮਨੁੱਖ ਦਾ ਨਜ਼ਰੀਆ ਇਸ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਨੂੰ ਸਾਂਝਾ ਕਰੀਏ। ਤੁਹਾਨੂੰ ਕੀ ਲੱਗਦਾ ਹੈ ਕਿ ਸਾਡੇ ਵਿਸ਼ਵਾਸ ਦੇ ਜੀਵਨ ਵਿੱਚ ਸਭ ਤੋਂ ਜ਼ਰੂਰੀ ਚੀਜ਼ ਕੀ ਹੈ? ਸਾਨੂੰ ਆਪਣੇ ਕਿਹੜੇ ਪਹਿਲੂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ? ਆਗਿਆਕਾਰੀਤਾ ਉਹਨਾਂ ਵਿੱਚੋਂ ਇੱਕ ਪਹਿਲੂ ਹੈ ਜਿਸ ਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਪ੍ਰਾਇਸ਼ਚਿਤ ਵੀ ਜ਼ਰੂਰੀ ਹੈ। ਜਦ ਇਜ਼ਰਾਈਲੀ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਣ ਵਾਲੇ ਕਨਾਨ ਦੇਸ਼ ਵਿੱਚ ਦਾਖਲ ਹੋਏ ਤਦ ਉਹਨਾਂ ਲਈ ਸਭ ਤੋਂ ਜ਼ਰੂਰੀ ਕੀ ਸੀ? ਕਿਉਂਕਿ ਕਨਾਨ ਤੱਕ ਦੀ ਯਾਤਰਾ ਆਤਮਿਕ ਜੰਗਲ ਦੇ ਰਾਹ ਵਿੱਚ ਸਾਡੇ ਵਿਸ਼ਵਾਸ ਦੇ ਜੀਵਨ ਦੇ ਇੱਕ ਨਮੂਨੇ ਦੇ ਰੂਪ ਵਿੱਚ ਕੰਮ ਕਰਦੀ ਹੈ। ਇਸ ਲਈ ਸਾਨੂੰ ਇਜ਼ਰਾਈਲੀਆਂ ਦੇ ਇਤਿਹਾਸ ਨੂੰ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈ। ਅਜਿਹਾ ਕਰਨ ਨਾਲ ਅਸੀਂ ਇਹ ਸੋਚ ਸਕਦੇ ਹਾਂ ਕਿ ਅੱਜ ਸਾਨੂੰ ਆਤਮਿਕ ਕਨਾਨ ਸਵਰਗ ਰਾਜ ਲਈ ਕੀ ਤਿਆਰ ਕਰਨਾ ਚਾਹੀਦਾ ਹੈ। ਜੇਕਰ ਸਾਰੇ ਇਜ਼ਰਾਈਲੀਆਂ ਨੇ ਇੱਕ ਹੀ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਦਾ ਦਾਅਵਾ ਕੀਤਾ, ਉਹ ਸਪਸ਼ਟ ਰੂਪ ਨਾਲ ਦੋ ਵੱਖ-ਵੱਖ ਸਮੂਹ ਵਿੱਚ ਵੰਡੇ ਹੋਏ ਸੀ। ਇੱਕ ਸਮੂਹ ਦੇ ਲੋਕਾਂ ਕੋਲ ਯਹੋਸ਼ੂਆ ਅਤੇ ਕਾਲਿਬ ਦੇ ਵਾਂਗ ਵਿਸ਼ਵਾਸ ਸੀ ਅਤੇ ਦੂਸਰੇ ਸਮੂਹ ਵਿੱਚ 10 ਭੇਤ ਲੱਭਣ ਵਾਲੇ ਅਤੇ ਉਹਨਾਂ ਤੋਂ ਪ੍ਰਭਾਵਿਤ ਲੋਕ ਸੀ, ਜਿਨ੍ਹਾਂ ਨੇ ਇਹ ਦਾਅਵਾ ਕਰਦੇ ਹੋਏ ਸ਼ਿਕਾਇਤ ਕੀਤੀ ਕਿ ਹਾਲਾਤ ਨਾਲ ਨਜਿੱਠਣਾ ਅਸੰਭਵ ਲੱਗਦਾ ਹੈ। ਉਸ ਸਮੇਂ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਕਈ ਚਿੰਨ੍ਹ ਅਤੇ ਚਮਤਕਾਰ ਦਿਖਾ ਕੇ ਕੱਢ ਲਿਆਇਆ। ਅਜਿਹਾ ਕਿਉਂ ਹੈ ਕਿ ਤੁਸੀਂ ਹੁਣ ਵੀ ਮੇਰੇ ਤੇ ਵਿਸ਼ਵਾਸ ਕਰਨ ਦੇ ਬਦਲੇ ਜਦ ਕਦੇ ਕਿਸੇ ਮੁਸ਼ਕਲ ਦਾ ਸਾਹਮਣਾ ਕਰਦੇ ਹੋ ਤਦ ਲਗਾਤਾਰ ਮੇਰੀ ਪ੍ਰੀਖਿਆ ਕਰਦੇ ਹੋ? ਇਸ ਲਈ ਪਰਮੇਸ਼ਵਰ ਨੇ ਇਹ ਐਲਾਨ ਕੀਤਾ ਕਿ ਯਹੋਸ਼ੂਆ ਅਤੇ ਕਾਲਿਬ ਨੂੰ ਛੱਡ ਕੋਈ ਕਨਾਨ ਦੇਸ਼ ਵਿੱਚ ਦਾਖਲ ਨਾ ਹੋ ਪਾਵੇਗਾ। ਉਹਨਾਂ ਨੇ ਵਿਸ਼ਵਾਸ ਨੂੰ ਦਾਖਲ ਹੋਣ ਦੀ ਇੱਕੋ ਇੱਕ ਜ਼ਰੂਰਤ ਬਣਾ ਦਿੱਤਾ। ਪਰਮੇਸ਼ਵਰ ਨੇ ਉਹਨਾਂ ਲੋਕਾਂ ਦੇ ਵਿੱਚ ਸਪਸ਼ਟ ਅੰਤਰ ਕੀਤਾ ਜਿਨ੍ਹਾਂ ਦੇ ਕੋਲ ਪਰਮੇਸ਼ਵਰ ਤੇ ਵਿਸ਼ਵਾਸ ਸੀ ਅਤੇ ਜਿਨ੍ਹਾਂ ਦੇ ਕੋਲ ਵਿਸ਼ਵਾਸ ਨਹੀਂ ਸੀ। 6 ਲੱਖ ਲੋਕ ਪਰਮੇਸ਼ਵਰ ਦੁਆਰਾ ਕਨਾਨ ਵਿੱਚ ਪ੍ਰਵੇਸ਼ ਕਰਨ ਲਈ ਅਯੋਗ ਘੋਸ਼ਿਤ ਕੀਤੇ ਗਏ ਅਤੇ 2 ਆਦਮੀ ਸੀ ਅਤੇ ਉਹਨਾਂ ਨੂੰ ਦਾਖਲ ਹੋਣ ਦੀ ਆਗਿਆ ਦਿੱਤੀ ਗਈ। ਉਪਰੋਕਤ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਸਮਝ ਸਕਦੇ ਹਾਂ ਕਿ ਅਸੀਂ ਹੁਣ ਉਸ ਸਮੇਂ ਵਿੱਚ ਜੀ ਰਹੇ ਹਾਂ ਜਦ ਆਤਮਿਕ ਕਨਾਨ ਸਵਰਗ ਸਾਡੀਆਂ ਅੱਖਾਂ ਦੇ ਠੀਕ ਸਾਹਮਣੇ ਹੈ। ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਅਜਿਹੇ ਕਈ ਕਾਰਕ ਹਨ ਜੋ ਸਾਡੀ ਆਤਮਾ ਨੂੰ ਥਕਾ ਦਿੰਦੇ ਅਤੇ ਵਿਸ਼ਵਾਸ ਨੂੰ ਕਮਜ਼ੋਰ ਕਰਦੇ ਹਨ। ਕਈ ਕਾਰਕਾਂ ਨਾਲ ਸਾਡਾ ਵਿਸ਼ਵਾਸ ਧੁੰਦਲਾ ਪੈ ਜਾਂਦਾ ਹੈ। ਇਹ ਤਦ ਹੁੰਦਾ ਹੈ ਜਦ ਸਾਡੇ ਜੀਵਨ ਦੀਆਂ ਚਿੰਤਾਵਾਂ ਜੋ ਸਾਡੇ ਪਰਮੇਸ਼ਵਰ ਦੇ ਵਚਨ ਦੇ ਬਦਲੇ ਸੰਸਾਰਿਕ ਵਸਤੂਆਂ ਦੇ ਵੱਲ ਝੁਕਾਉਣ ਦੇ ਸਾਡੇ ਰੁਝਾਨ ਨਾਲ ਜੁੜੀਆਂ ਹੁੰਦੀਆਂ ਹਨ। ਕੁਝ ਲੋਕਾਂ ਨੂੰ ਉਹਨਾਂ ਦੇ ਜੀਵਨ ਦੇ ਪ੍ਰਾਇਮਰੀ ਉਦੇਸ਼ ਨੂੰ ਭੁੱਲਣ ਦਿੰਦੀਆਂ ਹਨ ਅਤੇ ਇਹ ਵੀ ਕਿ ਕਿਉਂ ਅਸੀਂ ਸਵਰਗ ਸਾਡੇ ਘਰ ਤੋਂ ਇਸ ਧਰਤੀ ਤੇ ਸੁੱਟ ਦਿੱਤੇ ਗਏ। ਆਤਮਿਕ ਨਜ਼ਰੀਏ ਨਾਲ ਅਸੀਂ ਸਵਰਗ ਤੋਂ ਪਾਪ ਕੀਤਾ। ਪਰਮੇਸ਼ਵਰ ਨੇ ਸਾਡੇ ਸਰੀਰ ਦੇ ਤੰਬੂ ਨੂੰ ਇਸ ਧਰਤੀ ਤੇ ਇੱਕ ਸੀਮਿਤ ਸਮੇਂ ਲਈ ਜਿਉਂਦੇ ਹੋਏ ਪ੍ਰਾਇਸ਼ਚਿਤ ਕਰਨ ਦਾ ਮੌਕਾ ਦੇਣ ਲਈ ਬਣਾਇਆ ਹੈ। ਅੱਜ ਪਰਮੇਸ਼ਵਰ ਦਾ ਨਜ਼ਰੀਆ ਅਤੇ ਮਨੁੱਖ ਦਾ ਨਜ਼ਰੀਆ ਸਿਰਲੇਖ ਦੇ ਅਧੀਨ ਆਓ ਅਸੀਂ ਇਬਰਾਨੀਆਂ ਅਧਿਆਇ 11 ਵਚਨ 6 ਵਿੱਚ ਜਾ ਕੇ ਇਹਨਾਂ ਘਟਨਾਵਾਂ ਦੇ ਕਾਰਨਾਂ ਨੂੰ ਲੱਭੀਏ ਅਤੇ ਨੇਚਾ ਬਾਝੋਂ ਉਹਦੇ ਮਨ ਨੂੰ ਭਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ, ਨਾਲੇ ਇਹ ਭਾਈ ਉਹ ਆਪਣੀਆਂ ਤਾਲੀਬਾਂ ਦਾ ਫਲ ਦਾਤਾ ਹੈ। ਨੇਚਾ ਨਾਲ ਨੂੰਹ ਨੇ ਪਰਮੇਸ਼ਵਰ ਕੋਲੋਂ ਉਹਨਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਿਮ ਕੇ ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ ਅਤੇ ਉਸ ਨੇਚਾ ਦੇ ਕਾਰਨ ਉਹਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨੇਚਾ ਤੋਂ ਹੀ ਹੁੰਦਾ ਹੈ। ਆਓ ਆਇਤ 35 ਵੱਲ ਜਾਈਏ। ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਕੋ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ। ਇਹ ਦਿਖਾਉਂਦਾ ਹੈ ਕਿ ਸਾਡੇ ਵਿਸ਼ਵਾਸ ਦੇ ਪੁਰਖੇ ਪਰਮੇਸ਼ਵਰ ਤੇ ਇੱਕ ਵਿਸ਼ੇਸ਼ ਵਿਸ਼ਵਾਸ ਰੱਖਦੇ ਹੋਏ ਵਿਸ਼ਵਾਸ ਦੇ ਰਾਹ ਤੇ ਚੱਲੇ। ਆਓ ਆਇਤ 36 ਦੇਖੀਏ। ਅਤੇ ਕਈ ਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ, ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਉਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ। ਕੰਗਾਲ ਅਤੇ ਦੁਖੀ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ। ਉਹ ਉਜਾੜਾਂ ਅਤੇ ਪਹਾੜਾਂ ਅਤੇ ਗੁਫਾ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁਕਦੇ ਪਏ ਫਿਰੇ।
ਅਤੇ ਇਹ ਸਭੇ ਭਾਵੇਂ ਉਹਨਾਂ ਲਈ ਉਹਨਾਂ ਦੀ ਨੇਚਾ ਦੇ ਕਾਰਨ ਸਾਖੀ ਦਿੱਤੀ ਗਈ। ਭਰਾਵੋ ਅਤੇ ਭੈਣੋ, ਹੁਣ ਤੋਂ ਸਾਨੂੰ ਸੱਚੀ ਨੇਚਾ ਦੀ ਪਰਿਭਾਸ਼ਾ ਨੂੰ ਸਮਝਣ ਦੀ ਜ਼ਰੂਰਤ ਹੈ। ਕਿਸੇ ਅਦਿੱਖ ਅਤੇ ਨਿਰਾਕਾਰ ਚੀਜ਼ ਨੂੰ ਛੂਹਣ ਯੋਗ ਚੀਜ਼ ਬਣਾਉਣਾ ਆਸਾਨ ਨਹੀਂ ਹੈ। ਆਸਾਨ ਸ਼ਬਦਾਂ ਵਿੱਚ ਵਿਸ਼ਵਾਸ ਦਾ ਮਤਲਬ ਪਰਮੇਸ਼ਵਰ ਦੇ ਵਾਂਗ ਨਜ਼ਰੀਆ ਰੱਖਣਾ ਹੈ। ਜੇ ਅਸੀਂ ਲਗਾਤਾਰ ਆਪਣੇ ਦਿਲ ਤੋਂ ਖੁਦ ਨੂੰ ਪੁੱਛੀਏ ਪਰਮੇਸ਼ਵਰ ਇਸ ਮਾਮਲੇ ਨੂੰ ਕਿਵੇਂ ਦੇਖਦੇ, ਤਦ ਇਹ ਉਹੀ ਹੈ ਜਿਸ ਨੂੰ ਵਿਸ਼ਵਾਸ ਹੋਣ ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ। ਯਰੀਹੋ ਨਗਰ ਦੇ ਬਾਰੇ ਸੋਚੋ। ਪਰਮੇਸ਼ਵਰ ਦੇ ਨਜ਼ਰੀਏ ਨਾਲ ਇਹ ਅਜਿਹਾ ਸੀ ਜਿਵੇਂ ਇਹ ਕੁਝ ਵੀ ਨਾ ਹੋਵੇ। ਇਜ਼ਰਾਈਲੀਆਂ ਨੇ ਆਪਣੇ ਆਪ ਨੂੰ ਟਿੱਡਿਆਂ ਦੇ ਵਾਂਗ ਅਤੇ ਕਨਾਨੀਆਂ ਨੂੰ ਮਹਾਨ ਆਦਮੀਆਂ ਦੇ ਵਾਂਗ ਸਮਝਿਆ। ਉਹਨਾਂ ਨੇ ਸੋਚਿਆ ਅਸਮਾਨਤਾ ਇੰਨੀ ਜ਼ਿਆਦਾ ਹੈ ਕਿ ਲੜਾਈ ਦਾ ਨਤੀਜਾ ਪਹਿਲਾਂ ਤੋਂ ਪੱਕਾ ਹੈ। ਇਹ ਮਨੁੱਖ ਦੇ ਨਜ਼ਰੀਏ ਦਾ ਇੱਕ ਉਦਾਹਰਣ ਹੈ। ਜਦ ਅਸੀਂ ਕੀੜੀਆਂ ਦੀ ਦੁਨੀਆ ਨੂੰ ਦੇਖਦੇ ਹਾਂ ਤਦ ਉਹਨਾਂ ਵਿੱਚੋਂ ਕੁਝ ਦੂਸਰਿਆਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਨ। ਕਮਜ਼ੋਰ ਕੀੜੀਆਂ ਇਹ ਸੋਚ ਸਕਦੀਆਂ ਹਨ, ਸ਼ਕਤੀਸ਼ਾਲੀ ਕੀੜੀਆਂ ਬਹੁਤ ਡਰਾਉਣੀਆਂ ਹੁੰਦੀਆਂ ਹਨ। ਜੇ ਅਸੀਂ ਉਹਨਾਂ ਦੇ ਖਿਲਾਫ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਦ ਅਸੀਂ ਮੁਸ਼ਕਲ ਵਿੱਚ ਪੈ ਜਾਵਾਂਗੇ। ਪਰ ਮਨੁੱਖ ਦੇ ਨਜ਼ਰੀਏ ਨਾਲ ਭਾਵੇਂ ਹੀ ਕੁਝ ਕੀੜੀਆਂ ਸ਼ਕਤੀਸ਼ਾਲੀ ਹਨ, ਕੁਝ ਜ਼ਿਆਦਾ ਸਮਾਰਟ ਹਨ ਜਾਂ ਕੁਝ ਦੂਸਰਿਆਂ ਦੀ ਤੁਲਨਾ ਵਿੱਚ ਵਧੀਆ ਦਿਖਦੀਆਂ ਹਨ, ਸਾਡੇ ਲਈ ਉਹ ਸਭ ਕੁਝ ਵੀ ਨਹੀਂ ਹਨ। ਪਰਮੇਸ਼ਵਰ ਦੀ ਨਜ਼ਰ ਵਿੱਚ ਯਰੀਹੋ ਬਿਲਕੁਲ ਵੀ ਚੁਣੌਤੀਪੂਰਨ ਨਹੀਂ ਸੀ, ਪਰ ਇਜ਼ਰਾਈਲੀਆਂ ਦੀ ਨਜ਼ਰ ਵਿੱਚ ਯਰੀਹੋ ਇੱਕ ਅਵਿਨਾਸ਼ੀ ਗੜ੍ਹ ਦੇ ਵਾਂਗ ਸੀ, ਕਿਉਂਕਿ ਉਹਨਾਂ ਨੇ ਸਿਰਫ ਖੁਦ ਦੇ ਨਜ਼ਰੀਏ ਨਾਲ ਦੇਖਿਆ ਅਤੇ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕੀਤਾ। ਇਹੀ ਕਾਰਨ ਸੀ ਕਿ ਉਹਨਾਂ ਨੇ ਪਰਮੇਸ਼ਵਰ ਦੇ ਵਿਰੁੱਧ ਇਹ ਕਹਿੰਦੇ ਹੋਏ ਸ਼ਿਕਾਇਤ ਕੀਤੀ, ਜੇ ਅਸੀਂ ਯਰੀਹੋ ਨੂੰ ਹਰਾਉਣ ਜਾਈਏ ਤਦ ਅਸੀਂ ਸਭ ਮਰ ਜਾਵਾਂਗੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ, ਇਹ ਸਭ ਇਸ ਲਈ ਹੋਇਆ ਕਿਉਂਕਿ ਮੂਸਾ ਅਤੇ ਹਾਰੂਨ ਸਾਨੂੰ ਜੰਗਲ ਵਿੱਚ ਲੈ ਆਏ ਤਾਂ ਜੋ ਅਸੀਂ ਸਭ ਮਰ ਜਾਈਏ। ਅਸੀਂ ਸਭ ਮੂਸਾ ਅਤੇ ਪਰਮੇਸ਼ਵਰ ਨਾਲ ਨਾਰਾਜ਼ ਹਾਂ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਉਣ ਦਾ ਹੁਕਮ ਦਿੱਤਾ। ਇਸ ਸਭ ਦੇ ਕਾਰਨ ਇਜ਼ਰਾਈਲੀ ਉੱਚੀ ਆਵਾਜ਼ ਨਾਲ ਰੋਣ ਲੱਗੇ ਅਤੇ ਇਨ੍ਹਾਂ ਵਿਸ਼ਵਾਸ ਰਹਿਤ ਸ਼ਬਦਾਂ ਨਾਲ ਚੀਕੇ। ਸਾਰੇ ਲੋਕੋ, ਅਸੀਂ ਹੁਣ ਉਸ ਯੁੱਗ ਵਿੱਚ ਜੀ ਰਹੇ ਹਾਂ ਜਿੱਥੇ ਅਸੀਂ ਕਨਾਨ ਦੇਸ਼ ਦੇ ਠੀਕ ਸਾਹਮਣੇ ਖੜੇ ਹਾਂ। ਪਹਿਲਾ ਪਤਰਸ ਅਧਿਆਇ 5 ਵਿੱਚ ਪਰਮੇਸ਼ਵਰ ਨੇ ਸਾਨੂੰ ਜਾਣਨ ਦਿੱਤਾ ਕਿ ਕਿਵੇਂ ਸ਼ੈਤਾਨ ਦਾ ਵਿਰੋਧ ਕਰਨਾ ਹੈ। ਇਹ ਸਾਨੂੰ ਸਿਖਾਉਂਦਾ ਹੈ ਕਿ ਜੇ ਅਸੀਂ ਆਪਣੇ ਵਿਸ਼ਵਾਸ ਵਿੱਚ ਪੱਕੇ ਹੋ ਕੇ ਸ਼ੈਤਾਨ ਦਾ ਵਿਰੋਧ ਕਰੀਏ ਤਦ ਉਹ ਸ਼ਕਤੀਹੀਣ ਹੋ ਜਾਵੇਗਾ ਅਤੇ ਸਾਨੂੰ ਮਨੁੱਖੀ ਨਜ਼ਰੀਏ ਨਾਲ ਚੀਜ਼ਾਂ ਨੂੰ ਨਹੀਂ ਦੇਖਣਾ ਚਾਹੀਦਾ, ਬਲਕਿ ਪਰਮੇਸ਼ਵਰ ਦੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈ। ਜਦ ਅਸੀਂ ਉਸ ਪ੍ਰਕਾਰ ਦੇ ਵਿਸ਼ਵਾਸ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਦੇਖੀਏ ਤਦ ਅਜਿਹਾ ਕੁਝ ਵੀ ਨਹੀਂ ਜਿਸ ਨੂੰ ਅਸੀਂ ਪੂਰਾ ਨਹੀਂ ਕਰ ਸਕਦੇ। ਪਰਮੇਸ਼ਵਰ ਨੇ ਕਿਹਾ, ਵਿਸ਼ਵਾਸ ਵਿੱਚ ਪੱਕੇ ਹੋ ਕੇ ਸ਼ੈਤਾਨ ਦਾ ਸਾਹਮਣਾ ਕਰੋ। ਤਦ ਉਸ ਦਾ ਵਿਰੋਧ ਕਰਨ ਦਾ ਕੀ ਨਤੀਜਾ ਹੋਵੇਗਾ? ਸ਼ੈਤਾਨ ਕੁਦਰਤੀ ਤੌਰ ਤੇ ਪਿੱਛੇ ਹਟ ਜਾਵੇਗਾ। ਜੇ ਅਸੀਂ ਆਪਣੇ ਵਿਸ਼ਵਾਸ ਵਿੱਚ ਪੱਕੇ ਨਾ ਰਹੀਏ ਤਦ ਸਾਨੂੰ ਸਿਰਫ ਹੋਰ ਜ਼ਿਆਦਾ ਡਰ ਲੱਗੇਗਾ। ਅੰਤ ਵਿੱਚ ਸਾਡਾ ਦੁਸ਼ਮਣ ਹੋਰ ਵੀ ਮਜ਼ਬੂਤ ਅਤੇ ਡਰਾਉਣਾ ਦਿਖਾਈ ਦੇਵੇਗਾ। ਇਸ ਲਈ ਇਸ ਯੁੱਗ ਵਿੱਚ ਰਹਿੰਦੇ ਹੋਏ ਜਦ ਪਰਮੇਸ਼ਵਰ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ, ਤੁਹਾਡੇ ਅਤੇ ਮੇਰੇ ਕੋਲ ਪਰਮੇਸ਼ਵਰ ਦਾ ਨਜ਼ਰੀਆ ਹੋਣਾ ਚਾਹੀਦਾ ਹੈ। ਅਸੀਂ ਇੱਕ ਅਜਿਹਾ ਦ੍ਰਿਸ਼ ਦੇਖ ਸਕਦੇ ਹਾਂ ਜਿੱਥੇ 12 ਵਿੱਚੋਂ 10 ਜਸੂਸਾਂ ਨੇ ਜੋ ਕਨਾਨ ਦਾ ਭੇਤ ਲੈਣ ਗਏ ਸੀ, ਲੋਕਾਂ ਨੂੰ ਕਿਹਾ ਅਸੀਂ ਕੀੜੇ ਦੇ ਵਾਂਗ ਦਿਖਾਈ ਦਿੰਦੇ ਸੀ ਅਤੇ ਉੱਥੇ ਅਨਾਕਵੰਸ਼ੀ ਮਜ਼ਬੂਤ ਅਤੇ ਵਿਸ਼ਾਲ ਕੱਦ ਦੇ ਹਨ। ਫਿਰ ਅਸੀਂ ਉੱਥੇ ਨਪੀਲੀ ਜਾਤੀ ਵਾਲਿਆਂ ਨੂੰ ਵੀ ਦੇਖਿਆ। ਇਹ ਸੁਣਨ ਤੋਂ ਬਾਅਦ ਲੋਕ ਨਿਰਾਸ਼ਾ ਵਿੱਚ ਪੈ ਗਏ। ਉਹਨਾਂ ਦੇ ਮਨਾਂ ਨੂੰ ਪਰਮੇਸ਼ਵਰ ਦੇ ਨਹੀਂ ਪਰ ਮਨੁੱਖਾਂ ਦੇ ਨਜ਼ਰੀਏ ਦੁਆਰਾ ਕਾਬੂ ਕੀਤਾ ਗਿਆ ਸੀ। ਇਸ ਨਾਲ ਉਹਨਾਂ ਦੀ ਹਿੰਮਤ ਗਾਇਬ ਹੋ ਗਈ। ਇੱਕ ਵਾਰ ਜਦ ਇੱਕ ਮਨੁੱਖੀ ਨਜ਼ਰੀਏ ਨੇ ਉਹਨਾਂ ਦੇ ਮਨਾਂ ਨੂੰ ਕਾਬੂ ਕਰ ਲਿਆ ਤਦ ਉਹ ਆਪਣਾ ਸਾਰਾ ਵਿਸ਼ਵਾਸ ਗਵਾ ਬੈਠੇ। ਕਿਉਂਕਿ ਉਹਨਾਂ ਨੇ ਆਪਣਾ ਵਿਸ਼ਵਾਸ ਗਵਾ ਦਿੱਤਾ ਸੀ, ਉਹ ਇੱਕ ਅਜਿਹੇ ਹਾਲਾਤ ਵਿੱਚ ਪਹੁੰਚ ਗਏ ਜਿੱਥੇ ਪਵਿੱਤਰ ਆਤਮਾ ਦਾ ਕੋਈ ਕੰਮ ਨਹੀਂ ਹੋ ਸਕਦਾ ਸੀ। ਆਓ ਗਿਣਤੀ ਅਧਿਆਇ 14 ਵਚਨ 1 ਦੇਖੀਏ। ਤਾਂ ਸਾਰੀ ਮੰਡਲੀ ਨੇ ਆਪਣੀ ਆਵਾਜ਼ ਉੱਚੀ ਦਿੱਤੀ, ਚੀਕ ਚਿਹਾੜਾ ਪਾਇਆ ਅਤੇ ਪਰਜਾ ਉਸ ਰਾਤ ਰੋਂਦੀ ਰਹੀ ਅਤੇ ਸਾਰੇ ਇਜ਼ਰਾਈਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਬੁੜਬੁੜਾਏ ਅਤੇ ਸਾਰੀ ਮੰਡਲੀ ਨੇ ਉਹਨਾਂ ਨੂੰ ਆਖਿਆ, ਚੰਗਾ ਹੀ ਹੁੰਦਾ ਜੇ ਅਸੀਂ ਮਿਸਰ ਦੇਸ਼ ਵਿੱਚ ਮਰ ਜਾਂਦੇ ਅਥਵਾ ਇਸ ਉਜਾੜ ਵਿੱਚ ਮਰ ਮੁੱਕਦੇ। ਯਹੋਵਾ ਸਾਨੂੰ ਕਾਹਨੂੰ ਇਸ ਦੇਸ਼ ਵਿੱਚ ਲਿਆਇਆ ਭਈ ਅਸੀਂ ਤੇਗ ਨਾਲ ਡਿੱਗੀਏ। ਪਰਮੇਸ਼ਵਰ ਨੂੰ ਮੁਕਤੀ ਦੀ ਕਿਰਪਾ ਲਈ ਧੰਨਵਾਦ ਨਾ ਦਿੰਦੇ ਹੋਏ ਉਹਨਾਂ ਨੇ ਸਿਰਫ ਪਰਮੇਸ਼ਵਰ ਦੇ ਵਿਰੁੱਧ ਸ਼ਿਕਾਇਤ ਕੀਤੀ, ਕਿਉਂਕਿ ਉਹਨਾਂ ਚੀਜ਼ਾਂ ਨੂੰ ਪਰਮੇਸ਼ਵਰ ਦੇ ਨਜ਼ਰੀਏ ਦੇ ਬਦਲੇ ਖੁਦ ਦੇ ਨਜ਼ਰੀਏ ਨਾਲ ਦੇਖਿਆ, ਉਹ ਹਮੇਸ਼ਾ ਅਸਫਲ ਰਹੇ। ਖੁਸ਼ਖਬਰੀ ਦਾ ਕੰਮ ਵੀ ਸਾਡੀ ਖੁਦ ਦੀ ਸ਼ਕਤੀ ਦੁਆਰਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ।
ਭਾਵੇਂ ਹੀ ਅਸੀਂ ਇਸ ਨੂੰ ਆਪਣੀ ਸ਼ਕਤੀ ਦੁਆਰਾ ਪੂਰਾ ਨਹੀਂ ਕਰ ਸਕਦੇ, ਪਰ ਕੀ ਪਰਮੇਸ਼ਵਰ ਨੇ ਖੁਸ਼ਖਬਰੀ ਪ੍ਰਚਾਰ ਦੇ ਮਿਸ਼ਨ ਨੂੰ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਪੂਰਾ ਕਰਨ ਦਾ ਵਾਅਦਾ ਨਹੀਂ ਕੀਤਾ? ਸਾਨੂੰ ਉਹਨਾਂ ਦੇ ਵਾਅਦੇ ਤੇ ਪੱਕਾ ਵਿਸ਼ਵਾਸ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। 2000 ਸਾਲ ਪਹਿਲਾਂ ਵੀ ਜਦ ਪਰਮੇਸ਼ਵਰ ਨੇ 12 ਚੇਲਿਆਂ ਨੂੰ ਬੁਲਾਇਆ ਸੀ, ਤਦ ਉਹ ਨਿੱਜੀ ਸ਼ਕਤੀ ਦੇ ਕਾਰਨ ਨਹੀਂ ਬੁਲਾਏ ਗਏ ਸੀ। ਜੇ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੀ ਸ਼ਕਤੀ ਦੇ ਕਾਰਨ ਬੁਲਾਇਆ ਹੁੰਦਾ, ਤਦ ਉਹ ਫਰੀਸੀਆਂ, ਗ੍ਰੰਥੀਆਂ ਅਤੇ ਸਦੂਕੀਆਂ ਵਰਗੇ ਲੋਕਾਂ ਨੂੰ ਚੁਣਦੇ, ਜੋ ਬਹੁਤ ਮਸ਼ਹੂਰ, ਉੱਚ ਸਿੱਖਿਆ ਪ੍ਰਾਪਤ ਅਤੇ ਲੋਕਾਂ ਦੁਆਰਾ ਸਤਿਕਾਰੇ ਗਏ ਸੀ। ਇਸ ਦਾ ਇੱਕ ਕਾਰਨ ਹੈ ਕਿ ਪਰਮੇਸ਼ਵਰ ਨੇ ਅਜਿਹੇ ਲੋਕਾਂ ਨੂੰ ਆਪਣੇ ਚੇਲਿਆਂ ਦੇ ਰੂਪ ਵਿੱਚ ਨਹੀਂ ਚੁਣਿਆ। 1% ਵੀ ਇਹ ਪਰਮੇਸ਼ਵਰ ਦੀ ਇੱਛਾ ਨਹੀਂ ਸੀ ਕਿ ਉਹ ਆਪਣਾ ਕੰਮ ਮਨੁੱਖ ਦੀ ਸ਼ਕਤੀ ਨਾਲ ਪੂਰਾ ਕਰਨ। ਇਹੀ ਕਾਰਨ ਸੀ ਕਿ ਉਹਨਾਂ ਨੇ ਮੱਛੀਆਂ ਫੜਨ ਵਾਲਿਆਂ ਅਤੇ ਚੁੰਗੀ ਲੈਣ ਵਾਲਿਆਂ ਨੂੰ ਚੁਣਿਆ, ਜੋ ਉਹਨਾਂ ਦਿਨਾਂ ਵਿੱਚ ਸਮਾਜ ਵਿੱਚ ਹੇਠਲੇ ਪੱਧਰ ਤੇ ਸੀ। ਉਹਨਾਂ ਨਮਰ ਲੋਕਾਂ ਦੇ ਜ਼ਰੀਏ ਪਰਮੇਸ਼ਵਰ ਨੇ ਮਹਾਜਾਜਕ ਅਤੇ ਸਦੂਕੀਆਂ ਨੂੰ ਸ਼ਰਮਿੰਦਾ ਕਰਦੇ ਹੋਏ ਅਜਿਹਾ ਹੈਰਾਨੀਜਨਕ ਕੰਮ ਪੂਰਾ ਕੀਤਾ। ਆਓ ਗਿਣਤੀ ਅਧਿਆਇ 14 ਦੁਬਾਰਾ ਦੇਖੀਏ, ਆਇਤ 6। ਫਿਰ ਤਾਂ ਨੂਨ ਦੇ ਪੁੱਤਰ ਯਹੋਸ਼ੂਆ ਅਤੇ ਯਫੁੰਨਾ ਦੇ ਪੁੱਤਰ ਕਾਲਿਬ ਨੂੰ, ਜਿਹੜੇ ਧਰਤੀ ਦਾ ਖੋਜ ਕੱਢਣ ਵਾਲਿਆਂ ਵਿੱਚੋਂ ਸਨ, ਆਪਣੇ ਕੱਪੜੇ ਪਾੜੇ ਅਤੇ ਉਹਨਾਂ ਨੇ ਇਜ਼ਰਾਈਲੀਆਂ ਦੀ ਸਾਰੀ ਮੰਡਲੀ ਨੂੰ ਆਖਿਆ, ਉਹ ਧਰਤੀ ਜਿਹਦੇ ਵਿੱਚ ਦੀ ਅਸੀਂ ਖੋਜ ਕਰਨ ਦੇ ਲਈ ਲੰਘੇ ਡਾਢੀ ਹੀ ਚੰਗੀ ਹੈ। ਜੇ ਯਹੋਵਾ ਸਾਡੇ ਨਾਲ ਪ੍ਰਸੰਨ ਹੈ ਤਾਂ ਉਹ ਸਾਨੂੰ ਇਸ ਧਰਤੀ ਵਿੱਚ ਲੈ ਜਾਵੇਗਾ ਅਤੇ ਸਾਨੂੰ ਦੇ ਦੇਵੇਗਾ। ਉਹ ਇੱਕ ਧਰਤੀ ਹੈ ਜਿਹਦੇ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। ਕੇਵਲ ਨਾ ਤਾਂ ਤੁਸੀਂ ਯਹੋਵਾ ਦੇ ਵਿਰੁੱਧ ਆਕੀ ਹੋਵੋ, ਨਾ ਹੀ ਤੁਸੀਂ ਉਸ ਦੇਸ਼ ਦੇ ਲੋਕਾਂ ਤੋਂ ਡਰੋ, ਕਿਉਂ ਜੋ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ। ਜਦ ਯਹੋਸ਼ੂਆ ਨੇ ਕਿਹਾ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ, ਤਦ ਉਸਨੇ ਆਪਣੀ ਸ਼ਕਤੀ ਤੇ ਵਿਸ਼ਵਾਸ ਨਹੀਂ ਕੀਤਾ। ਯਹੋਸ਼ੂਆ ਇਹ ਕਹਿਣ ਦੇ ਯੋਗ ਸੀ ਕਿਉਂਕਿ ਉਸ ਨੂੰ ਉਸ ਵਾਅਦੇ ਤੇ ਵਿਸ਼ਵਾਸ ਸੀ ਜੋ ਪਰਮੇਸ਼ਵਰ ਨੇ ਉਸ ਨਾਲ ਇਹ ਕਹਿੰਦੇ ਹੋਏ ਕੀਤਾ ਸੀ ਕਿ ਜਿਸ ਜਿਸ ਜਗ੍ਹਾ ਤੇ ਤੂੰ ਪੈਰ ਰੱਖੇ ਉਹ ਸਭ ਮੈਂ ਤੈਨੂੰ ਦੇ ਦਿੰਦਾ ਹਾਂ। ਕਿਉਂ ਜੋ ਉਹ ਤਾਂ ਸਾਡੀ ਇੱਕ ਬੁਰਕੀ ਹੀ ਹਨ। ਉਹਨਾਂ ਦੀ ਰੱਖਿਆ ਉਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾ ਸਾਡੇ ਨਾਲ ਹੈ, ਉਹਨਾਂ ਤੋਂ ਤੁਸੀਂ ਨਾ ਡਰੋ। ਇਸ ਤਰ੍ਹਾਂ ਯਹੋਸ਼ੂਆ ਲੋਕਾਂ ਨੂੰ ਪਰਮੇਸ਼ਵਰ ਦੀ ਮਦਦ ਲਈ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸਾਰੇ ਲੋਕੋ, ਇਸ ਯੁੱਗ ਵਿੱਚ ਰਹਿੰਦੇ ਹੋਏ ਸਾਨੂੰ ਅਸਲ ਵਿੱਚ ਵਿਸ਼ਵਾਸ ਦੀ ਜ਼ਰੂਰਤ ਹੈ। 10 ਕੁਵਾਰੀਆਂ ਦਾ ਦ੍ਰਿਸ਼ਟਾਂਤ ਦੱਸਦਾ ਹੈ ਕਿ ਉਹਨਾਂ ਵਿੱਚੋਂ 5 ਮੂਰਖ ਅਤੇ 5 ਸਮਝਦਾਰ ਸੀ। ਉਹ ਕਿਉਂ ਕਹਿੰਦਾ ਹੈ ਕਿ 5 ਸਮਝਦਾਰ ਸੀ? ਉਹਨਾਂ ਨੇ ਕੀ ਤਿਆਰ ਕੀਤਾ ਸੀ? ਉਹਨਾਂ ਨੇ ਕਾਫੀ ਵਿਸ਼ਵਾਸ ਦਾ ਤੇਲ ਤਿਆਰ ਕੀਤਾ। ਇਸ ਪ੍ਰਕਾਰ ਸਾਡੇ ਕੋਲ ਉਹ ਸਮਝ ਹੋਣੀ ਚਾਹੀਦੀ ਹੈ ਜੋ ਸਭ ਕੁਝ ਪਰਮੇਸ਼ਵਰ ਦੇ ਨਜ਼ਰੀਏ ਨਾਲ ਦੇਖ ਸਕਦੀ ਹੈ। ਕੀ ਹੁੰਦਾ ਜੇ ਸ਼ਦਰਕ, ਮੇਸ਼ਕ ਅਤੇ ਅਬੇਦਨਗੋ ਰਾਜੇ ਦੇ ਸਾਹਮਣੇ ਹਿੰਮਤ ਹਾਰ ਜਾਂਦੇ ਅਤੇ ਸੋਚਦੇ, ਕਿਉਂਕਿ ਉਹ ਇੱਕ ਸ਼ਕਤੀਸ਼ਾਲੀ ਆਦਮੀ ਹੈ ਅਤੇ ਉਹ ਸਾਨੂੰ ਮੂਰਤੀਆਂ ਦੇ ਸਾਹਮਣੇ ਮੱਥਾ ਟੇਕਣ ਦਾ ਹੁਕਮ ਦਿੰਦਾ ਹੈ, ਤਦ ਕੀ ਸਾਨੂੰ ਉਸ ਦੀ ਗੱਲ ਨਹੀਂ ਮੰਨਣੀ ਚਾਹੀਦੀ? ਤਦ ਕੀ ਉਹਨਾਂ ਨੂੰ ਨਬੂਕਦਨੇਸਰ ਦੇ ਸਾਹਮਣੇ ਪਰਮੇਸ਼ਵਰ ਦੀ ਹੈਰਾਨੀਜਨਕ ਅਤੇ ਸ਼ਕਤੀਸ਼ਾਲੀ ਸਮਰੱਥ ਪ੍ਰਗਟ ਕਰਨ ਦਾ ਮੌਕਾ ਮਿਲਦਾ? ਉਹ ਰਾਜੇ ਦੇ ਸਾਹਮਣੇ ਨਹੀਂ ਝੁਕੇ। ਇਹ ਇਸ ਲਈ ਹੋ ਸਕਿਆ ਕਿਉਂਕਿ ਉਹਨਾਂ ਨੇ ਸਰਬ ਸ਼ਕਤੀਮਾਨ ਪਰਮੇਸ਼ਵਰ ਦੇ ਨਜ਼ਰੀਏ ਨਾਲ ਰਾਜੇ ਨਬੂਕਦਨੇਸਰ ਦੇ ਵੱਲ ਦੇਖਿਆ। ਉਹਨਾਂ ਨੇ ਰਾਜੇ ਨੂੰ ਕਿਹਾ, ਪਰਮੇਸ਼ਵਰ ਸਾਨੂੰ ਉਸ ਧਧਕ ਦੇ ਭੱਠੇ ਦੀ ਅੱਗ ਤੋਂ ਬਚਾਉਣ ਦੀ ਸ਼ਕਤੀ ਰੱਖਦੇ ਹਨ, ਪਰ ਜੇ ਉਹਨਾਂ ਦੀ ਮਰਜ਼ੀ ਨਾ ਹੋਵੇ ਅਤੇ ਉਹ ਸਾਨੂੰ ਨਾ ਛੁਡਾਉਣ, ਤਦ ਵੀ ਅਸੀਂ ਉਸ ਮੂਰਤ ਨੂੰ ਮੱਥਾ ਨਹੀਂ ਟੇਕਾਂਗੇ। ਨਬੂਕਦਨੇਸਰ ਉਹਨਾਂ ਦੀ ਅਣਆਗਿਆਕਾਰੀ ਨਾਲ ਗੁੱਸੇ ਹੋਇਆ। ਉਸ ਸਮੇਂ ਬਾਬੁਲ ਸਾਮਰਾਜ ਦੁਨੀਆ ਦੀ ਸਭ ਤੋਂ ਵੱਡੀ ਸ਼ਕਤੀ ਸੀ। ਸਾਰਾ ਸੰਸਾਰ ਰਾਜਾ ਨਬੂਕਦਨੇਸਰ ਦੇ ਸਾਹਮਣੇ ਕੰਬਦਾ ਸੀ। ਤਦ ਵੀ ਯਹੂਦਾ ਦੇ ਕੈਦੀਆਂ ਵਿੱਚੋਂ ਕੁਝ ਨੇ ਰਾਜੇ ਦੇ ਸਾਹਮਣੇ ਆਪਣਾ ਸਿਰ ਉੱਚਾ ਕੀਤਾ ਅਤੇ ਨਿਡਰਤਾ ਨਾਲ ਕਿਹਾ। ਰਾਜੇ ਨੂੰ ਆਪਣੀ ਇੱਜ਼ਤ ਬਹਾਲ ਕਰਨ ਦੀ ਜ਼ਰੂਰਤ ਸੀ ਅਤੇ ਇਸ ਲਈ ਉਸਨੇ ਭੱਠੀ ਨੂੰ ਸਧਾਰਨ ਤੋਂ 7 ਗੁਣਾ ਹੋਰ ਤਾਉਣ ਦਾ ਹੁਕਮ ਦਿੱਤਾ। ਕੀ ਇਹ ਹੈਰਾਨੀਜਨਕ ਨਹੀਂ ਸੀ ਕਿ ਭਾਵੇਂ ਹੀ ਉਹ ਇਸ ਧਧਕਤੇ ਹੋਈ ਭੱਠੀ ਵਿੱਚ ਸੀ, ਉਹ ਉਸ ਵਿੱਚੋਂ ਜਿਉਂਦੇ ਬਾਹਰ ਆਉਣ ਦੇ ਯੋਗ ਸੀ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਸਿਰ ਦਾ ਇੱਕ ਵਾਲ ਵੀ ਨਹੀਂ ਝੁਲਸਿਆ ਸੀ ਜਾਂ ਨਾ ਉਹਨਾਂ ਦੇ ਕੱਪੜੇ ਸੜੇ। ਇਹ ਸਿਰਫ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਉਹਨਾਂ ਨੇ ਸਭ ਕੁਝ ਪਰਮੇਸ਼ਵਰ ਦੇ ਨਜ਼ਰੀਏ ਨਾਲ ਦੇਖਿਆ। ਉਹ ਸਿੱਖਿਆ ਕੀ ਹੈ ਜਿਸ ਨੂੰ ਪਰਮੇਸ਼ਵਰ ਚਾਹੁੰਦੇ ਹਨ ਕਿ ਅੱਜ ਅਸੀਂ ਇਸ ਦਰਜ ਕੀਤੇ ਗਏ ਇਤਿਹਾਸ ਦੇ ਦੁਆਰਾ ਸਿੱਖੀਏ? ਸਾਨੂੰ ਹਰ ਸਮੇਂ ਆਪਣੇ ਮਨਾਂ ਵਿੱਚ ਉਹ ਸਿੱਖਿਆ ਰੱਖਣ ਦੀ ਜ਼ਰੂਰਤ ਹੈ। ਆਓ ਆਇਤ 26 ਦੇਖੀਏ। ਫਿਰ ਯਹੋਵਾ ਮੂਸਾ ਅਤੇ ਹਾਰੂਨ ਨੂੰ ਬੋਲਿਆ, ਕਦ ਤੀਕ ਮੈਂ ਇਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜਬੁੜਾਉਂਦੀ ਹੈ?
ਇਜ਼ਰਾਈਲੀਆਂ ਦੀ ਇਸ ਬੁੜਬੁੜਾਹਟ ਨੂੰ ਜਿਹੜੀ ਉਹ ਮੇਰੇ ਵਿਰੁੱਧ ਬੁੜਬੁੜ ਕਰਦੇ ਹਨ ਮੈਂ ਸੁਣਿਆ ਹੈ। ਉਹਨਾਂ ਨੂੰ ਆਖੋ ਕਿ ਮੈਨੂੰ ਜਾਣ ਦੀ ਸਹੁੰ ਯਹੋਵਾ ਦਾ ਵਾਕ ਹੈ, ਸੱਚਮੁੱਚ ਜਿਵੇਂ ਤੁਸੀਂ ਮੇਰੇ ਸੁਣਨ ਵਿੱਚ ਆਖਿਆ ਸੀ ਤਿਵੇਂ ਹੀ ਮੈਂ ਤੁਹਾਡੇ ਨਾਲ ਕਰਾਂਗਾ। ਇਸੇ ਉਜਾੜ ਵਿੱਚ ਤੁਹਾਡੀਆਂ ਲੋਥਾਂ ਡਿੱਗਣਗੀਆਂ ਅਤੇ ਤੁਹਾਡੇ ਸਾਰੇ ਗਿਣੇ ਹੋਏ ਤੁਹਾਡੇ ਕੁੱਲ ਲੇਖੇ ਅਨੁਸਾਰ 20 ਵਰਿਆਂ ਅਤੇ ਉਸ ਦੇ ਉੱਪਰ ਦੇ ਜੋ ਮੇਰੇ ਵਿਰੁੱਧ ਬੁੜਬੁੜਾਏ, ਤੁਸੀਂ ਉੱਕਾ ਹੀ ਇਸ ਦੇਸ਼ ਵਿੱਚ ਨਾ ਵੜੋਗੇ ਜਿਹਦੀ ਮੈਂ ਸਹੁੰ ਖਾਧੀ ਸੀ ਭਈ ਮੈਂ ਤੁਹਾਨੂੰ ਉਸ ਵਿੱਚ ਵਸਾਵਾਂਗਾ। ਯਫੁੰਨਾ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯਹੋਸ਼ੂਆ ਤੋਂ ਛੁੱਟ ਤੁਸੀਂ ਉੱਕਾ ਹੀ ਇਸ ਦੇਸ਼ ਵਿੱਚ ਨਾ ਵੜੋਗੇ। ਜਦ ਕਿ ਪਰਮੇਸ਼ਵਰ ਨੇ ਇਸ ਦੀ ਘੋਸ਼ਣਾ ਕੀਤੀ, ਤਦ ਕੀ ਕੋਈ ਹੈ ਜੋ ਸੰਭਵ ਤੌਰ ਤੇ ਪ੍ਰਵੇਸ਼ ਕਰਨ ਦਾ ਕੋਈ ਦੂਸਰਾ ਰਸਤਾ ਬਣਾ ਸਕਦਾ ਹੈ? ਅਜਿਹਾ ਕੋਈ ਨਹੀਂ ਹੈ। ਇਸ ਯੁੱਗ ਵਿੱਚ ਤੁਹਾਡੇ ਅਤੇ ਮੇਰੇ ਕੋਲ ਵੀ ਯਹੋਸ਼ੂਆ ਅਤੇ ਕਾਲੇਬ ਦੇ ਵਰਗਾ ਵਿਸ਼ਵਾਸ ਹੋਣਾ ਚਾਹੀਦਾ ਹੈ। ਤਦ ਅਸੀਂ ਯਹੋਸ਼ੂਆ ਅਤੇ ਕਾਲੇਬ ਦੇ ਵਾਂਗ ਵਿਸ਼ਵਾਸ ਕਿਵੇਂ ਰੱਖ ਸਕਦੇ ਹਾਂ? ਅਸੀਂ ਅਜਿਹਾ ਤਦ ਹੀ ਕਰ ਸਕਦੇ ਹਾਂ ਜਦ ਸਾਡੇ ਕੋਲ ਪਰਮੇਸ਼ਵਰ ਦੇ ਵਾਂਗ ਨਜ਼ਰੀਆ ਹੋਵੇ। ਪਰਮੇਸ਼ਵਰ ਇਸ ਧਰਤੀ ਦੀ ਤੁਲਨਾ ਕਿਸ ਨਾਲ ਕਰਦੇ ਹਨ? ਆਓ ਯਸ਼ਾਇਆ ਅਧਿਆਇ 40 ਵਚਨ 15 ਵੇਖੀਏ। ਵੇਖੋ, ਕੌਮਾਂ ਡੋਲ ਵਿੱਚ ਇੱਕ ਤੁਪਕੇ ਜਈਆਂ ਹਨ ਅਤੇ ਛਾਬਿਆਂ ਦੀ ਧੂੜ ਜਈਆਂ ਗਿਣਦੀਆਂ ਹਨ। ਵੇਖੋ, ਉਹ ਟਾਪੂਆਂ ਨੂੰ ਇੱਕ ਕਣੀ ਵਾਂਗੂ ਚੁੱਕ ਲੈਂਦਾ ਹੈ। ਲਬਾਨੋਨ ਬਾਲਣ ਲਈ ਥੋੜਾ ਹੈ ਅਤੇ ਉਹਦੇ ਦਰਿੰਦੇ ਹੋਮ ਬਲੀ ਲਈ ਵੀ ਥੋੜੇ ਹਨ। ਸਾਰੀਆਂ ਕੌਮਾਂ ਉਹਦੇ ਹਜੂਰ ਨਾ ਹੋਈਆਂ ਜਈਆਂ ਹਨ। ਉਹ ਉਸ ਤੋਂ ਨੇਸਤੀ ਤੋਂ ਘੱਟ ਅਤੇ ਫੋਕਟ ਗਿਣਦੀਆਂ ਹਨ। ਇਹ ਉਹ ਨਜ਼ਰੀਆ ਹੈ ਜਿਸ ਨਾਲ ਪਰਮੇਸ਼ਵਰ ਧਰਤੀ ਨੂੰ ਮਾਪਦੇ ਹਨ। ਪਰ ਸਾਡੀ ਨਜ਼ਰ ਵਿੱਚ ਉਹ ਜੋ ਸਾਨੂੰ ਸਤਾਉਂਦੇ ਅਤੇ ਨਿੰਦਾ ਕਰਦੇ ਹਨ ਸ਼ਕਤੀਸ਼ਾਲੀ ਲੱਗ ਸਕਦੇ ਹਨ ਅਤੇ ਅਸੀਂ ਬੇਵਸ ਦਿਖ ਸਕਦੇ ਹਾਂ। ਸਾਰੇ ਲੋਕੋ, ਅਸੀਂ ਖੁਸ਼ਖਬਰੀ ਦਾ ਕੰਮ ਕਰਨ ਦੇ ਦੌਰਾਨ ਪਰੇਸ਼ਾਨੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਕਰਦੇ ਹਾਂ। ਤਦ ਕਿਰਪਾ ਕਰਕੇ ਨਿਰਾਸ਼ ਨਾ ਹੋਵੋ। ਉਸ ਪਲ ਵਿੱਚ ਜਿਸ ਦੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਉਹ ਵਿਸ਼ਵਾਸ ਹੈ। ਉਹ ਕਿਸ ਤਰ੍ਹਾਂ ਦਾ ਵਿਸ਼ਵਾਸ ਹੈ? ਇਹ ਉਹ ਵਿਸ਼ਵਾਸ ਹੈ ਜਿਸ ਵਿੱਚ ਪਰਮੇਸ਼ਵਰ ਦਾ ਨਜ਼ਰੀਆ ਹੈ। ਜੇ ਤੁਸੀਂ ਕਹੋ ਪਰਮੇਸ਼ਵਰ ਇੱਥੇ ਕਈ ਮੁਸ਼ਕਲਾਂ ਹਨ ਪਰ ਪਰਮੇਸ਼ਵਰ ਲਈ ਇਹ ਕੁਝ ਵੀ ਨਹੀਂ ਹੈ, ਫਿਰ ਵੀ ਅਸੀਂ ਉਹਨਾਂ ਨੂੰ ਗੰਭੀਰ ਅਤੇ ਮੁਸ਼ਕਲ ਮੰਨਦੇ ਹਾਂ ਅਤੇ ਉਹਨਾਂ ਦੇ ਵਿਖੇ ਚਿੰਤਿਤ ਹੁੰਦੇ ਹਾਂ। ਤਦ ਪਰਮੇਸ਼ਵਰ ਸਾਨੂੰ ਇਹ ਕਹਿੰਦੇ ਹੋਏ ਹੌਸਲਾ ਦਿੰਦੇ ਹਨ, ਭਾਵੇਂ ਹੀ ਤੁਸੀਂ ਸਤਾਏ ਜਾਂਦੇ ਅਤੇ ਬਹੁਤ ਸਾਰੀਆਂ ਪ੍ਰੀਖਿਆਵਾਂ ਦਾ ਸਾਹਮਣਾ ਕਰਦੇ ਹੋ, ਇਹਨਾਂ ਗੱਲਾਂ ਤੋਂ ਕਦੇ ਨਾ ਡਰੋ। ਇਹ ਸਭ ਗੱਲਾਂ ਤੁਹਾਡੇ ਨਾਲ ਜ਼ਰੂਰ ਹੋਣਗੀਆਂ। ਪਰਮੇਸ਼ਵਰ ਕਹਿੰਦੇ ਹਨ, ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ। ਹੇ ਮੇਰੀ ਪ੍ਰਜਾ ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਵਿਵਸਥਾ ਹੈ, ਮਨੁੱਖਾਂ ਦੀਆਂ ਊਜਾਂ ਤੋਂ ਨਾ ਡਰੋ ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਬਰਾਓ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਵਰ ਕਹਿੰਦੇ ਹਨ ਕਿ ਇਹਨਾਂ ਸਭ ਚੀਜ਼ਾਂ ਦਾ ਸਾਡੇ ਨਾਲ ਹੋਣਾ ਕੁਦਰਤੀ ਹੈ। ਇਸ ਲਈ ਇਹਨਾਂ ਦੇ ਕਾਰਨ ਹਤਾਸ਼ ਨਾ ਹੋਵੋ ਜਾਂ ਹਾਰ ਨਾ ਮੰਨੋ। ਸਾਡੇ ਕੋਲ ਜ਼ਰੂਰ ਹੀ ਯਹੋਸ਼ੂਆ ਅਤੇ ਕਾਲੇਬ ਦੇ ਵਾਂਗ ਮਾਨਸਿਕਤਾ ਹੋਣੀ ਚਾਹੀਦੀ ਹੈ। ਜਦ ਉਹਨਾਂ ਨੇ ਖੁਦ ਤੋਂ ਸੋਚਿਆ ਪਰਮੇਸ਼ਵਰ ਨੇ ਸਾਨੂੰ ਕਨਾਨ ਦੀ ਜ਼ਮੀਨ ਨੂੰ ਜਿੱਤਣ ਦਾ ਮਿਸ਼ਨ ਦਿੱਤਾ ਹੈ, ਤਦ ਤੁਸੀਂ ਪਰਮੇਸ਼ਵਰ ਦੇ ਵਚਨਾਂ ਤੇ ਵਿਸ਼ਵਾਸ ਨਾ ਕਰਦੇ ਹੋਏ ਕਿਉਂ ਕਨਾਨ ਦੀ ਜ਼ਮੀਨ ਵਿੱਚ ਦਾਖਲ ਹੋਣ ਲਈ ਹਾਰ ਮੰਨ ਲੈਂਦੇ ਹੋ? ਸਾਨੂੰ ਜ਼ਰੂਰ ਹੀ ਅੱਗੇ ਵਧਣਾ ਚਾਹੀਦਾ ਹੈ। ਹੁਣ ਉਹ ਸਮੇਂ ਹੈ ਜਦ ਸਾਨੂੰ ਉਸ ਤਰ੍ਹਾਂ ਦੇ ਵਿਸ਼ਵਾਸ ਦੀ ਜ਼ਰੂਰਤ ਹੈ। ਆਓ ਮਤੀ ਅਧਿਆਇ 24 ਵਚਨ 13 ਵਿੱਚ ਇੱਕ ਨਜ਼ਰ ਪਾਈਏ। ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ। ਇਹ ਉਹ ਹੈ ਜੋ ਖੁਦ ਪਰਮੇਸ਼ਵਰ ਨੇ ਕਿਹਾ ਜਦ ਉਹ ਇਸ ਧਰਤੀ ਉੱਤੇ ਆਏ ਸੀ। ਪਰਮੇਸ਼ਵਰ ਨੇ ਸਾਨੂੰ ਪ੍ਰਚਾਰ ਕਰਨ ਦਾ ਮਿਸ਼ਨ ਦਿੱਤਾ ਹੈ। ਉਹਨਾਂ ਨੇ ਸਾਨੂੰ ਕਦੇ ਵੀ ਪ੍ਰਚਾਰ ਕਰਨ ਤੋਂ ਪਿੱਛੇ ਹਟਣ ਦਾ ਮਿਸ਼ਨ ਨਹੀਂ ਦਿੱਤਾ। ਇਸ ਲਈ ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਇਹ ਪੂਰਾ ਹੋਵੇਗਾ ਜਾਂ ਨਹੀਂ, ਬਲਕਿ ਸਾਡਾ ਧਿਆਨ ਇਸ ਮਿਸ਼ਨ ਨੂੰ ਪੂਰਾ ਕਰਨ ਤੇ ਲਾਉਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਵਾਅਦਾ ਕੀਤਾ ਹੈ ਕਿ ਇਹ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇਗਾ। ਪਰਮੇਸ਼ਵਰ ਵਿੱਚ ਸਭ ਕੁਝ ਸੰਭਵ ਹੈ। ਜੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਸਭ ਕੁਝ ਸੰਭਵ ਬਣਾ ਦਿੰਦੇ ਹਨ, ਤਦ ਕੀ ਸਾਨੂੰ ਇਸ ਤੇ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ? ਜਦ ਪਰਮੇਸ਼ਵਰ ਸਾਨੂੰ ਆਪਣੇ ਨਜ਼ਰੀਏ ਨਾਲ ਦੱਸਦੇ ਹਨ ਕਿ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਖੁਸ਼ਖਬਰੀ ਦਾ ਪ੍ਰਚਾਰ ਕਰੋ। ਕੁਝ ਕਹਿ ਸਕਦੇ ਹਨ, ਮੈਂ ਅੱਜ ਕਰੋਨਾ ਕਰਕੇ ਇਹ ਨਹੀਂ ਕਰ ਸਕਦਾ, ਜਾਂ ਮੈਂ ਇਸ ਦੇ ਜਾਂ ਉਸ ਦੇ ਕਰਕੇ ਨਹੀਂ ਕਰ ਸਕਦਾ। ਜੇ ਕੋਈ ਕਹਿੰਦਾ ਹੈ ਇਸ ਦੇ ਕਰਕੇ ਜਾਂ ਉਸ ਦੇ ਕਰਕੇ, ਤਦ ਇਹ ਇੱਕ ਗੰਭੀਰ ਸਮੱਸਿਆ ਹੈ। ਇੱਥੋਂ ਤੱਕ ਕਿ ਦੁਨੀਆ ਦੇ ਲੋਕ ਵੀ ਸਿਫਾਰਿਸ਼ ਕਰਦੇ ਹਨ ਕਿ ਧੰਨਵਾਦ ਸ਼ਬਦ ਦੀ ਵਰਤੋਂ ਕਰਨੀ ਚਾਹੀਦੀ ਹੈ। ਪਰਮੇਸ਼ਵਰ ਨੂੰ ਧੰਨਵਾਦ, ਅਸੀਂ ਸਭ ਇੱਥੋਂ ਤੱਕ ਪਹੁੰਚ ਗਏ। ਪਿਤਾ ਅਤੇ ਮਾਤਾ ਜੀ ਨੂੰ ਧੰਨਵਾਦ ਅਤੇ ਸਿਯੋਨ ਵਿੱਚ ਮੇਰੇ ਭਰਾਵਾਂ ਅਤੇ ਭੈਣਾਂ ਨੂੰ ਧੰਨਵਾਦ।
ਮੇਰਾ ਵਿਸ਼ਵਾਸ ਇਸ ਹੱਦ ਤੱਕ ਵੱਧ ਗਿਆ ਹੈ। ਜਿੰਨਾ ਜ਼ਿਆਦਾ ਤੁਸੀਂ ਧੰਨਵਾਦ ਦੀ ਵਰਤੋਂ ਕਰੋਗੇ, ਤੁਹਾਡੇ ਸਫਲ ਹੋਣ ਦੀ ਸੰਭਾਵਨਾ ਉਨੀ ਜ਼ਿਆਦਾ ਹੋਵੇਗੀ, ਅਤੇ ਜਿੰਨਾ ਜ਼ਿਆਦਾ ਤੁਸੀਂ ਇਸ ਕਾਰਨ ਦੀ ਵਰਤੋਂ ਕਰੋਗੇ, ਤੁਹਾਡੇ ਅਸਫਲ ਹੋਣ ਦੀ ਸੰਭਾਵਨਾ ਉਨੀ ਹੀ ਜ਼ਿਆਦਾ ਹੋਵੇਗੀ। ਪਹਿਲਾ ਸ਼ੈਮੂਅਲ ਅਧਿਆਇ 16 ਵਚਨ 1 ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਸ਼ੈਮੂਅਲ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਕਿਸੇ ਦਾ ਮਸਾ ਕਰਨ ਲਈ ਯੱਸੀ ਦੇ ਘਰ ਗਿਆ। ਯੱਸੀ ਦੇ ਪੁੱਤਰਾਂ ਵਿੱਚੋਂ ਇੱਕ ਦਾਊਦ ਸੀ। ਆਓ ਪਹਿਲਾ ਸ਼ੈਮੂਅਲ ਅਧਿਆਇ 16 ਵਚਨ 6 ਦੇਖੀਏ। ਅਜਿਹਾ ਹੋਇਆ ਜਾਂ ਉਹ ਆਏ ਤਾਂ ਉਸਨੇ ਏਲੀਆਬ ਨੂੰ ਵੇਖਿਆ ਤੇ ਬੋਲਿਆ, ਠੀਕ ਯਹੋਵਾ ਦੇ ਅੱਗੇ ਇਹ ਉਹਦਾ ਮਸੀਹ ਹੈ। ਪਰ ਯਹੋਵਾ ਨੇ ਸ਼ੈਮੂਅਲ ਨੂੰ ਆਖਿਆ, ਉਹਦੇ ਮੂੰਹ ਤੇ ਅਤੇ ਉਹਦੀ ਲਮਾਣ ਵੱਲ ਨਾ ਵੇਖ, ਕਿਉਂ ਜੋ ਉਹਨੂੰ ਮੈਂ ਨਹੀਂ ਮੰਨਿਆ। ਯਹੋਵਾ ਜੋ ਮਨੁੱਖ ਵਾਂਗੂ ਨਹੀਂ ਵੇਖਦਾ, ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ, ਪਰ ਯਹੋਵਾ ਹਿਰਦੇ ਨੂੰ ਵੇਖਦਾ ਹੈ। ਪਰਮੇਸ਼ਵਰ ਉਸਦੇ ਮਨ ਦੀ ਡੂੰਘਾਈ ਵਿੱਚ ਕੀ ਦੇਖ ਰਹੇ ਸੀ? ਪਰਮੇਸ਼ਵਰ ਉਸਦੇ ਵਿਸ਼ਵਾਸ ਨੂੰ ਦੇਖ ਰਹੇ ਸੀ। ਭਾਵੇਂ ਹੀ ਏਲੀਆਬ ਦੇ ਕੋਲ ਚੰਗਾ ਵਿਸ਼ਵਾਸ ਸੀ, ਦਾਊਦ ਪੂਰਨ ਰੂਪ ਨਾਲ ਪਰਮੇਸ਼ਵਰ ਤੇ ਨਿਰਭਰ ਸੀ ਅਤੇ ਏਲੀਆਬ ਤੋਂ ਜ਼ਿਆਦਾ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਸੀ। ਦਾਊਦ ਦੇ ਮਹਾਨ ਵਿਸ਼ਵਾਸ ਨਾਲ ਏਲੀਆਬ ਦੇ ਵਿਸ਼ਵਾਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਇਸ ਲਈ ਪਰਮੇਸ਼ਵਰ ਨੇ ਅੰਤ ਵਿੱਚ ਦਾਊਦ ਨੂੰ ਚੁਣਿਆ। ਆਓ ਅਸੀਂ ਇਸ ਨੂੰ ਆਇਤ 11 ਵਿੱਚ ਦੇਖੀਏ। ਸ਼ੈਮੂਅਲ ਨੇ ਯੱਸੀ ਨੂੰ ਆਖਿਆ, ਤੇਰੇ ਸਭੇ ਪੁੱਤਰ ਇਹੋ ਹੀ ਹਨ? ਉਹ ਬੋਲਿਆ, ਸਭਨਾਂ ਨਾਲੋਂ ਨਿੱਕਾ ਅਜੇ ਰਹਿੰਦਾ ਹੈ, ਉਹ ਇੱਜੜ ਨੂੰ ਚਰਾਉਂਦਾ ਹੈ। ਤਾਂ ਸ਼ੈਮੂਅਲ ਨੇ ਯੱਸੀ ਨੂੰ ਆਖਿਆ, ਉਹਨੂੰ ਸੱਦ ਘੱਲ, ਕਿਉਂ ਜੋ ਜਦ ਤੋੜੀ ਉਹ ਇੱਥੇ ਨਾ ਆਵੇਗਾ ਅਸੀਂ ਨਹੀਂ ਬੈਠਣਾ। ਸੋ ਉਸਨੇ ਸੱਦ ਭੇਜਿਆ ਅਤੇ ਉਹਨੂੰ ਅੰਦਰ ਲਿਆਇਆ। ਉਹ ਲਾਲ ਰੰਗ ਅਤੇ ਸੁੰਦਰ ਅੱਖੀਆਂ ਅਤੇ ਵੇਖਣ ਵਿੱਚ ਚੰਗਾ ਸੀ। ਅਤੇ ਯਹੋਵਾ ਨੇ ਆਖਿਆ, ਉੱਠ ਅਤੇ ਇਹਨੂੰ ਮਸਾ ਕਰ, ਕਿਉਂ ਜੋ ਇਹੋ ਹੀ ਹੈ। ਤਦ ਸ਼ੈਮੂਅਲ ਨੇ ਤੇਲ ਦਾ ਸਿੰਘ ਲੈ ਕੇ ਉਹਦੇ ਭਰਾਵਾਂ ਦੇ ਵਿੱਚ ਉਹਨੂੰ ਮਸਾ ਕੀਤਾ, ਅਤੇ ਉਸ ਦਿਨ ਤੋਂ ਯਹੋਵਾ ਦਾ ਆਤਮਾ ਸਦਾ ਦਾਊਦ ਉੱਤੇ ਆਉਂਦਾ ਰਿਹਾ। ਅਤੇ ਸ਼ੈਮੂਅਲ ਉੱਠ ਕੇ ਰਾਮਾਹ ਨੂੰ ਵਿਦਿਆ ਹੋਇਆ। ਕਿਉਂਕਿ ਦਾਊਦ ਪਰਮੇਸ਼ਵਰ ਦੁਆਰਾ ਮਸਾ ਕੀਤਾ ਗਿਆ ਸੀ, ਉਹ ਸ਼ੇਰਾਂ ਜਾਂ ਰਿੱਛ ਤੋਂ ਵੀ ਨਹੀਂ ਡਰਦਾ ਸੀ। ਉਸਨੇ ਉਸ ਵਿਸ਼ਵਾਸ ਨਾਲ ਕਿਸ ਨੂੰ ਹਰਾ ਦਿੱਤਾ? ਆਓ ਪਹਿਲਾ ਸ਼ੈਮੂਅਲ ਅਧਿਆਇ 17 ਵਚਨ 32 ਤੇ ਇੱਕ ਨਜ਼ਰ ਪਾਈਏ। ਤਾਂ ਦਾਊਦ ਨੇ ਸ਼ਾਉਲ ਨੂੰ ਆਖਿਆ, ਉਸ ਮਨੁੱਖ ਕਰਕੇ ਕਿਸੇ ਦਾ ਮਨ ਨਾ ਘਬਰੇ, ਤੁਹਾਡਾ ਦਾਸ ਜਾਵੇਗਾ ਅਤੇ ਉਸ ਫਿਲਿਸਤੀ ਨਾਲ ਲੜੇਗਾ। ਤਦ ਸ਼ਾਉਲ ਨੇ ਦਾਊਦ ਨੂੰ ਆਖਿਆ, ਤੂੰ ਉਸ ਫਿਲਿਸਤੀ ਦਾ ਸਾਹਮਣਾ ਕਰਨ ਅਤੇ ਉਹਦੇ ਨਾਲ ਲੜਨ ਜੋਗਾ ਨਹੀਂ ਹੈ, ਕਿਉਂ ਜੋ ਤੂੰ ਮੁੰਡਾ ਹੀ ਹੈ ਅਤੇ ਉਹ ਨਿਆਣਪੁਣੇ ਤੋਂ ਹੀ ਯੋਧਾ ਹੈ। ਦਾਊਦ ਸਿਰਫ ਇੱਕ ਮੁੰਡਾ ਸੀ ਅਤੇ ਗੋਲੀਅਤ ਨਿਆਣਪੁਣੇ ਤੋਂ ਹੀ ਇੱਕ ਪ੍ਰਸਿੱਧ ਯੋਧਾ ਸੀ। ਉਸ ਦੇ ਬਾਵਜੂਦ ਦਾਊਦ ਨੇ ਕਿਹਾ ਕਿ ਉਹ ਗੋਲੀਅਤ ਦੇ ਵਿਰੁੱਧ ਲੜੇਗਾ। ਸ਼ੈਮੂਅਲ ਦੀ ਨਜ਼ਰ ਵਿੱਚ ਦਾਊਦ ਅਜਿਹਾ ਦਿਖ ਰਿਹਾ ਸੀ ਜਿਵੇਂ ਉਹ ਬੁਰੀ ਤਰ੍ਹਾਂ ਹਾਰ ਜਾਵੇਗਾ, ਪਰ ਦਾਊਦ ਕੋਲ ਵੱਖਰਾ ਨਜ਼ਰੀਆ ਸੀ। ਆਓ ਦੇਖੀਏ ਕਿ ਉਸਨੇ ਆਇਤ 34 ਵਿੱਚ ਕੀ ਕਿਹਾ। ਤਦ ਦਾਊਦ ਨੇ ਸ਼ਾਉਲ ਨੂੰ ਉੱਤਰ ਦਿੱਤਾ, ਤੁਹਾਡਾ ਦਾਸ ਆਪਣੇ ਪਿਓ ਦੀਆਂ ਭੇਡਾਂ ਦੀ ਰਾਖੀ ਕਰਦਾ ਸੀ, ਅਤੇ ਜਾਂ ਇੱਕ ਸ਼ੇਰ ਅਤੇ ਇੱਕ ਰਿੱਛ ਆਇਆ ਅਤੇ ਇੱਜੜ ਵਿੱਚੋਂ ਇੱਕ ਬੱਚਾ ਲੈ ਗਿਆ, ਤਾਂ ਮੈਂ ਉਹਦੇ ਮਗਰ ਨਿਕਲਿਆ ਤੇ ਉਸ ਨੂੰ ਮਾਰਿਆ ਔਰ ਉਸ ਦੇ ਮੂੰਹ ਵਿੱਚੋਂ ਉਹਨੂੰ ਛੁਡਾਇਆ। ਅਤੇ ਜਾਂ ਉਹ ਮੇਰੇ ਉੱਤੇ ਆਣ ਪਿਆ ਤਾਂ ਮੈਂ ਉਸ ਨੂੰ ਬਰਾਛੋਂ ਫੜ ਕੇ ਮਾਰਿਆ ਅਤੇ ਉਸ ਨੂੰ ਜਿੰਦੋਂ ਮੁਕਾਇਆ। ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਛੋਟਾ ਮੁੰਡਾ ਇੰਨਾ ਸਮਰੱਥੀ ਹੈ ਕਿ ਅਜਿਹਾ ਕਰ ਸਕਿਆ? ਦਾਊਦ ਭੇਡ ਨੂੰ ਮਾਰਨ ਵਾਲੇ ਪਸ਼ੂਆਂ ਦੇ ਮੂੰਹ ਤੋਂ ਛੁਡਾ ਲੈਂਦਾ ਸੀ, ਅਤੇ ਜਦ ਉਹ ਉਸ ਤੇ ਹਮਲਾ ਕਰਦਾ ਸੀ ਤਾਂ ਦਾਊਦ ਉਸ ਦੇ ਬਰਾਛੋਂ ਫੜ ਕੇ ਉਸ ਨੂੰ ਮਾਰ ਸੁੱਟਦਾ ਸੀ। ਸਵਾਲ ਇਹ ਹੈ ਕਿ ਦਾਊਦ ਇੰਨਾ ਹਿੰਮਤ ਵਾਲਾ ਕਿਵੇਂ ਹੋ ਸਕਿਆ? ਇਹ ਇਸ ਲਈ ਕਿਉਂਕਿ ਉਸ ਨੂੰ ਇਸ ਤੱਥ ਤੇ ਬਹੁਤ ਵਿਸ਼ਵਾਸ ਸੀ ਕਿ ਉਸ ਨੂੰ ਪਰਮੇਸ਼ਵਰ ਦੁਆਰਾ ਮਸਾ ਕੀਤਾ ਗਿਆ ਸੀ। ਤੁਹਾਡੇ ਅਤੇ ਮੇਰੇ ਵਿੱਚ ਕੀ? ਅਸੀਂ ਬਪਤਿਸਮਾ ਲਿਆ ਹੈ ਜੋ ਆਤਮਿਕ ਮਸਾ ਹੈ, ਅਤੇ ਕੀ ਅਸੀਂ ਇਸਤਰੀ ਦੀ ਬਾਕੀ ਸੰਤਾਨ ਨਹੀਂ? ਜਿਵੇਂ ਕਿ ਪਰਮੇਸ਼ਵਰ ਨੇ ਬਾਈਬਲ ਵਿੱਚ ਲਿਖਿਆ ਹੈ, ਅਸੀਂ ਪੱਕਾ ਹੀ ਅੰਤ ਵਿੱਚ ਜਿੱਤ ਜਾਵਾਂਗੇ। ਸਾਨੂੰ ਸਿਰਫ ਪਰਮੇਸ਼ਵਰ ਦੇ ਵਾਅਦੇ ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ। ਇਜ਼ਰਾਈਲੀ ਜਿਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਨਹੀਂ ਕੀਤਾ, ਉਹਨਾਂ ਨੇ ਆਪਣੇ ਹਾਲਾਤ ਬਾਰੇ ਵਿਚਾਰ ਕਰਦੇ ਹੋਏ ਪਰਮੇਸ਼ਵਰ ਅਤੇ ਉਹਨਾਂ ਦੇ ਆਗੂਆਂ ਦੇ ਵਿਰੁੱਧ ਸ਼ਿਕਾਇਤ ਕੀਤੀ। ਕਿਉਂਕਿ ਉਹਨਾਂ ਦੇ ਕੋਲ ਇਸ ਪ੍ਰਕਾਰ ਦਾ ਕਮਜ਼ੋਰ ਅਤੇ ਨਾਜ਼ੁਕ ਵਿਸ਼ਵਾਸ ਸੀ, ਉਹਨਾਂ ਨੇ ਪਰਮੇਸ਼ਵਰ ਨੂੰ ਖੁਸ਼ ਨਹੀਂ ਕੀਤਾ। ਦਾਊਦ ਫਿਲਿਸਤੀ ਨੂੰ ਕਿਵੇਂ ਹਰਾ ਪਾਇਆ ਜੋ ਉਸ ਤੋਂ ਬਹੁਤ ਵੱਡਾ ਸੀ? ਆਓ ਦੇਖੀਏ ਕਿ ਉਹ ਕਿਵੇਂ ਜਿੱਤ ਸਕਿਆ। ਆਓ ਆਇਤ 43 ਦੇਖੀਏ। ਸੋ ਫਿਲਿਸਤੀ ਨੇ ਦਾਊਦ ਨੂੰ ਆਖਿਆ,
ਭਲਾ ਮੈਂ ਕੋਈ ਕੁੱਤਾ ਹਾਂ ਜੋ ਤੂੰ ਡਾਂਗ ਲੈ ਕੇ ਮੇਰੇ ਕੋਲ ਆਇਆ ਹੈ? ਅਤੇ ਫਿਲਿਸਤੀ ਨੇ ਆਪਣੇ ਦੇਵਤਿਆਂ ਦੇ ਨਾਂ ਲੈ ਕੇ ਦਾਊਦ ਨੂੰ ਗਾਲਾਂ ਕੱਢੀਆਂ। ਤਦ ਫਿਲਿਸਤੀ ਨੇ ਦਾਊਦ ਨੂੰ ਆਖਿਆ, ਮੇਰੇ ਕੋਲ ਆ ਜੋ ਮੈਂ ਤੇਰਾ ਮਾਂਸ ਪਾਉਣ ਦੇ ਪੰਛੀਆਂ ਤੇ ਜੰਗਲੀ ਦਰਿੰਦਿਆਂ ਨੂੰ ਵੰਡਾਂ। ਪਰ ਦਾਊਦ ਨੇ ਫਿਲਿਸਤੀ ਨੂੰ ਆਖਿਆ, ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈ, ਪਰ ਮੈਂ ਸੈਨਾ ਦੇ ਯਹੋਵਾ ਦੇ ਨਾਮ ਉੱਤੇ ਜੋ ਇਜ਼ਰਾਈਲ ਦੇ ਦਲਾਂ ਦਾ ਪਰਮੇਸ਼ਵਰ ਹੈ, ਜਿਸ ਨੂੰ ਤੈਂ ਲੱਜਿਆਵਾਨ ਕੀਤਾ, ਤੇਰੇ ਕੋਲ ਆਉਂਦਾ ਹਾਂ। ਦਾਊਦ ਦੇ ਕੋਲ ਇਸ ਪੱਧਰ ਦਾ ਸਵੈ ਭਰੋਸਾ ਸਿਰਫ ਇਸ ਤੱਥ ਕਰਕੇ ਸੀ ਕਿ ਉਸ ਨੂੰ ਪਰਮੇਸ਼ਵਰ ਦੁਆਰਾ ਮਸਾ ਕੀਤਾ ਗਿਆ ਸੀ। ਤੁਹਾਡੇ ਅਤੇ ਮੇਰੇ ਕੋਲ ਵੀ ਇਸ ਤੱਥ ਤੇ ਕਿ ਅਸੀਂ ਇਸਤਰੀ ਦੀ ਬਾਕੀ ਸੰਤਾਨ ਹਾਂ, ਇਸ ਪ੍ਰਕਾਰ ਦਾ ਮਹਾਨ ਵਿਸ਼ਵਾਸ ਹੋਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਪੱਕਾ ਜਾਣ ਲਵੋ ਕਿ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸਮੇਂ ਹਰ ਕਦਮ ਤੇ ਮੈਂ ਸਦਾ ਤੁਹਾਡੇ ਨਾਲ ਹੋਵਾਂਗਾ। ਭਾਵੇਂ ਹੀ ਸਾਡੀ ਨਿੰਦਾ ਕੀਤੀ ਜਾਂਦੀ, ਸਤਾਏ ਜਾਂਦੇ ਅਤੇ ਬਹੁਤ ਸਾਰੇ ਮਾੜੇ ਹਾਲਾਤਾਂ ਤੋਂ ਲੰਘਦੇ ਹਾਂ, ਸਾਨੂੰ ਵਿਸ਼ਵਾਸ ਨਾਲ ਭਰ ਕੇ ਖੁਸ਼ਖਬਰੀ ਦੇ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ। ਕੀ ਹੋਵੇਗਾ ਜੇ ਅਸੀਂ ਕੁਝ ਲੋਕਾਂ ਦੇ ਕੁਫਰ ਕਰਕੇ ਪ੍ਰਚਾਰ ਰੋਕ ਦਈਏ ਅਤੇ ਖੁਦ ਨੂੰ ਕਹੀਏ, ਮੈਂ ਇਸ ਪ੍ਰਕਾਰ ਦੇ ਮਾੜੇ ਵਾਤਾਵਰਣ ਦਾ ਕਦੇ ਤਜਰਬਾ ਨਹੀਂ ਕੀਤਾ, ਇਸ ਲਈ ਮੈਂ ਹਾਰ ਮੰਨ ਲਵਾਂਗਾ। ਪਰਮੇਸ਼ਵਰ ਨੇ ਸਾਨੂੰ ਹਾਰ ਮੰਨਣ ਦਾ ਮਿਸ਼ਨ ਕਦੇ ਨਹੀਂ ਦਿੱਤਾ। ਉਹਨਾਂ ਨੇ ਵਾਅਦਾ ਕੀਤਾ ਹੈ, ਮੈਂ ਜਗਤ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ। ਪਰਮੇਸ਼ਵਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਹੈ, ਇਸ ਲਈ ਸਾਨੂੰ ਪਰਮੇਸ਼ਵਰ ਤੇ ਆਪਣੇ ਵਿਸ਼ਵਾਸ ਨੂੰ ਨਹੀਂ ਗੁਆਉਣਾ ਚਾਹੀਦਾ। ਆਓ ਆਇਤ 46 ਦੇਖੀਏ। ਅਤੇ ਅੱਜ ਹਾਂ, ਯਹੋਵਾ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ ਔਰ ਮੈਂ ਤੈਨੂੰ ਮਾਰ ਸੁੱਟਾਂਗਾ ਅਤੇ ਤੇਰਾ ਸਿਰ ਤੇਥੋਂ ਵੱਖਰਾ ਕਰ ਦਿਆਂਗਾ। ਅਤੇ ਅੱਜ ਹੀ ਫਿਲਿਸਤੀਆਂ ਦੇ ਦਲਾਂ ਦੀਆਂ ਲੋਥਾਂ ਪਾਉਣ ਦੇ ਪੰਛੀਆਂ ਅਤੇ ਧਰਤੀ ਦੇ ਦਰਿੰਦਿਆਂ ਨੂੰ ਦੇਵਾਂਗਾ। ਭਾਈ ਸਾਰਾ ਸੰਸਾਰ ਜਾਣੇ ਜੋ ਇਜ਼ਰਾਈਲ ਵਿੱਚ ਇੱਕ ਪਰਮੇਸ਼ਵਰ ਹੈ। ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ, ਕਿਉਂ ਜੋ ਯੁੱਧ ਦਾ ਸਵਾਮੀ ਯਹੋਵਾ ਹੈ ਅਤੇ ਉਹ ਹੀ ਤੁਹਾਨੂੰ ਸਾਡੇ ਹੱਥ ਵਿੱਚ ਦੇਵੇਗਾ। ਅਤੇ ਅਜਿਹਾ ਹੋਇਆ ਜਾਂ ਫਿਲਿਸਤੀ ਉੱਠਿਆ ਅਤੇ ਅੱਗੇ ਵੱਧ ਕੇ ਦਾਊਦ ਨਾਲ ਲੜਨ ਨੂੰ ਨੇੜੇ ਢੁਕਾ, ਤਾਂ ਦਾਊਦ ਨੇ ਛੇਤੀ ਕੀਤੀ ਅਤੇ ਦਲ ਦੀ ਵੱਲ ਫਿਲਿਸਤੀ ਨਾਲ ਲੜਨ ਨੂੰ ਨੱਠਾ। ਅਤੇ ਦਾਊਦ ਨੇ ਆਪਣੀ ਗੁਥਲੀ ਵਿੱਚ ਹੱਥ ਪਾ ਕੇ ਉਹਦੇ ਵਿੱਚੋਂ ਇੱਕ ਪੱਥਰ ਕੱਢਿਆ ਅਤੇ ਗੋਪੀਏ ਵਿੱਚ ਧਰ ਕੇ ਫਿਲਿਸਤੀ ਦੇ ਮੱਥੇ ਨੂੰ ਅਜਿਹਾ ਮਾਰਿਆ ਜੋ ਉਹ ਪੱਥਰ ਉਸ ਦੇ ਮੱਥੇ ਵਿੱਚ ਖੁੱਭ ਗਿਆ ਅਤੇ ਉਹ ਮੂੰਹ ਭਰਨੇ ਧਰਤੀ ਉੱਤੇ ਡਿੱਗ ਪਿਆ। ਫਿਲਿਸਤੀ ਦੀ ਚਾਲ ਦਾ 1% ਵੀ ਯੁੱਧ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਸੀ। ਉਹ ਉਸ ਦੇ ਸਾਹਮਣੇ ਬੇਕਾਰ ਸੀ, ਜਿਸ ਨੇ ਆਪਣਾ ਵਿਸ਼ਵਾਸ ਪਰਮੇਸ਼ਵਰ ਤੇ ਕੇਂਦਰਿਤ ਕੀਤਾ ਸੀ। ਇਸ ਕਰਕੇ ਕੋਈ ਫਰਕ ਨਹੀਂ ਪੈਂਦਾ ਕਿ ਭਾਵੇਂ ਕਿੰਨਾ ਵੀ ਵੱਡਾ ਹਥਿਆਰ ਕਿਉਂ ਨਾ ਹੋਵੇ, ਉਹ ਦਾਊਦ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਸੀ। ਸਾਨੂੰ ਇੱਕ ਪਲ ਲਈ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਲਈ ਜਿਨ੍ਹਾਂ ਕੋਲ ਪਰਮੇਸ਼ਵਰ ਤੇ ਵਿਸ਼ਵਾਸ ਹੈ, ਸਾਰੇ ਹਾਲਾਤ ਅਜਿਹੇ ਹੁੰਦੇ ਹਨ। ਅੱਜ ਇਸ ਯੁੱਗ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਨੇ ਸਾਨੂੰ ਇਸ ਸੱਚਾਈ ਦੇ ਪ੍ਰਤੀ ਜਾਗਰੂਕ ਨਹੀਂ ਕੀਤਾ ਕਿ ਸਾਨੂੰ ਆਪਣੇ ਦੁਸ਼ਮਣ ਸ਼ੈਤਾਨ ਦਾ ਵਿਰੋਧ ਕਰਨਾ ਚਾਹੀਦਾ ਹੈ। ਆਓ ਪਹਿਲਾ ਪਤਰਸ ਅਧਿਆਇ 5 ਵਚਨ 7 ਦੇਖੀਏ। ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ, ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਸਚੇਤ ਹੋਵੋ, ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਬੁੱਕ ਦੇ ਸ਼ੀ ਵਾਂਗੂ ਭਾਲਦਾ ਫਿਰਦਾ ਹੈ, ਭਾਈ ਕਿਹਨੂੰ ਪਾੜ ਖਾਵੇ। ਉਹ ਕੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ? ਸਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੀ ਨੇਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ, ਇਹ ਜਾਣ ਕੇ ਜੋ ਤੁਹਾਡੇ ਗੁਰੂ ਭਾਈ ਜਿਹੜੇ ਜਗਤ ਵਿੱਚ ਹਨ, ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ। ਅਤੇ ਪਰਮ ਕਿਰਪਾਲੂ ਪਰਮੇਸ਼ਵਰ, ਜਿਨੇ ਤੁਹਾਨੂੰ ਆਪਣੇ ਸਦੀਪਕ ਤੇਜ ਲਈ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਕੜਿਆਂ ਕਰੇਗਾ। ਪਰਮੇਸ਼ਵਰ ਨੇ ਕਿਹਾ, ਨਾ ਡਰੋ, ਹੌਸਲਾ ਰੱਖ। ਉਹਨਾਂ ਨੇ ਇਹ ਵੀ ਕਿਹਾ, ਮੈਂ ਤੁਹਾਡੀ ਮਦਦ ਕਰਾਂਗਾ। ਅਸੀਂ ਅਕਸਰ ਕਹਿੰਦੇ ਹਾਂ ਕਿ ਕਾਫੀ ਵਿਸ਼ਵਾਸ ਦੇ ਤੇਲ ਨੂੰ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਤਦ ਅਸੀਂ ਅਸਲ ਵਿੱਚ ਕਿਵੇਂ ਇਸ ਨੂੰ ਤਿਆਰ ਕਰ ਸਕਦੇ ਹਾਂ? ਸਾਰੇ ਲੋਕੋ, ਸਾਨੂੰ ਸਿਰਫ ਪਰਮੇਸ਼ਵਰ ਦਾ ਨਜ਼ਰੀਆ ਰੱਖਣ ਦੀ ਜ਼ਰੂਰਤ ਹੈ। ਨਿਆਂਇਆਂ ਦੀ ਪੁਸਤਕ ਦੇ ਅਨੁਸਾਰ ਆਪਣੇ ਸੂਰਮਿਆਂ ਨੂੰ ਚੁਣਨ ਦੇ ਦੌਰਾਨ ਪਰਮੇਸ਼ਵਰ ਨੇ ਉਹਨਾਂ ਬਾਰੇ ਕੀ ਕਿਹਾ ਜੋ ਡਰ ਨਾਲ ਕੰਬਦੇ ਸੀ? ਉਹਨਾਂ ਨੇ ਕਿਹਾ, ਉਹਨਾਂ ਸਾਰਿਆਂ ਨੂੰ ਜਾਣ ਦਿਓ। ਕਾਰਨ ਜਿਸ ਕਰਕੇ ਉਹ ਡਰ ਨਾਲ ਕੰਬਦੇ ਸੀ, ਇਹ ਸੀ ਕਿ ਉਹਨਾਂ ਕੋਲ ਪਰਮੇਸ਼ਵਰ ਦਾ ਨਜ਼ਰੀਆ ਨਹੀਂ ਸੀ। ਉਹਨਾਂ ਨੇ ਕਿਹਾ, ਸਾਡੇ ਦੁਸ਼ਮਣ ਸ਼ਕਤੀਸ਼ਾਲੀ ਦਿਖਦੇ ਹਨ, ਉਹਨਾਂ ਕੋਲ ਕਈ ਹਥਿਆਰ, ਕਈ ਘੋੜੇ, ਕਈ ਊਂਟ ਅਤੇ 1,35,000 ਸਿਪਾਹੀ ਹਨ, ਪਰ ਸਾਡੇ ਕੋਲ ਸਿਰਫ 32,000 ਆਦਮੀ ਹਨ। ਅਸੀਂ ਲਾਚਾਰ ਹੋ ਕੇ ਮਰ ਜਾਵਾਂਗੇ। ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ। ਜਿਨ੍ਹਾਂ ਕੋਲ ਵਿਸ਼ਵਾਸ ਨਹੀਂ ਸੀ, ਉਹਨਾਂ ਦੇ ਜਾਣ ਤੋਂ ਬਾਅਦ ਆਖਿਰਕਾਰ ਬਚੇ ਹੋਏ 300 ਆਦਮੀ ਜਿੱਤ ਸਕੇ। ਤਦ ਉਹ 300 ਆਦਮੀ ਕਿਸ ਪ੍ਰਕਾਰ ਦੇ ਲੋਕ ਸੀ? ਉਹ ਪੂਰੀ ਤਰ੍ਹਾਂ ਪਰਮੇਸ਼ਵਰ ਤੇ ਨਿਰਭਰ ਸੀ। ਇਸੇ ਪ੍ਰਕਾਰ ਪਰਮੇਸ਼ਵਰ ਹਮੇਸ਼ਾ ਸਾਡੇ ਮਨਾਂ ਨੂੰ ਦੇਖਦੇ ਹਨ
ਅਤੇ ਉਹਨਾਂ ਲੋਕਾਂ ਨੂੰ ਚੁਣਦੇ ਹਨ ਜੋ ਆਪਣੇ ਮਨ ਦੇ ਕੇਂਦਰ ਵਿੱਚ ਵਿਸ਼ਵਾਸ ਰੱਖਦੇ ਹਨ। ਪਰਮੇਸ਼ਵਰ ਕਦੇ ਵੀ ਲੋਕਾਂ ਨੂੰ ਉਹਨਾਂ ਦੇ ਬਾਹਰ ਦਾ ਰੂਪ, ਵਿਦਿਅਕ ਪਿਛੋਕੜ, ਜਾਇਦਾਦ ਜਾਂ ਅਧਿਕਾਰ ਦੇ ਆਧਾਰ ਤੇ ਨਹੀਂ ਚੁਣਦੇ। ਯਹੋਸ਼ੂਆ ਅਧਿਆਇ 1 ਵਿੱਚ ਪਰਮੇਸ਼ਵਰ ਨੇ ਕਿਹਾ, ਨਾ ਡਰ, ਕਿਉਂਕਿ ਮੈਂ ਤੇਰੇ ਸੰਗ ਹਾਂ। ਪਰਮੇਸ਼ਵਰ ਤੋਂ ਵਾਅਦਾ ਪ੍ਰਾਪਤ ਕਰਨ ਦੇ ਬਾਅਦ ਯਹੋਸ਼ੂਆ ਨੇ ਕਨਾਨ ਨੂੰ ਜਿੱਤ ਲਿਆ। ਉਹ ਕਿਸੇ ਚੀਜ਼ ਤੋਂ ਡਰਿਆ ਨਹੀਂ, ਕਿਉਂਕਿ ਉਸਨੇ ਪਰਮੇਸ਼ਵਰ ਤੋਂ ਵਾਅਦਾ ਪ੍ਰਾਪਤ ਕੀਤਾ। ਕੀ ਅਸੀਂ ਵੀ ਪਰਮੇਸ਼ਵਰ ਦਾ ਵਾਅਦਾ ਪ੍ਰਾਪਤ ਨਹੀਂ ਕੀਤਾ? ਇਹ ਖੁਸ਼ਖਬਰੀ ਸਾਮਰੀਆ ਅਤੇ ਧਰਤੀ ਦੇ ਬੰਨੇ ਤੱਕ ਪ੍ਰਚਾਰ ਕੀਤੀ ਜਾਵੇਗੀ। ਇਸ ਦੇ ਵਿਖੇ ਮੱਤੀ ਅਧਿਆਇ 28 ਵਿੱਚ ਕੀ ਲਿਖਿਆ ਹੈ? ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਔਰ ਉਹਨਾਂ ਨੂੰ ਸਿਖਾਓ ਭਾਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਕਿਉਂਕਿ ਇਹ ਉਹ ਮਿਸ਼ਨ ਹੈ ਜਿਸ ਨੂੰ ਅਸੀਂ ਪ੍ਰਾਪਤ ਕੀਤਾ ਹੈ, ਤਦ ਸਾਨੂੰ ਉਸ ਦੇ ਅਨੁਸਾਰ ਕਰਨਾ ਚਾਹੀਦਾ ਹੈ। ਪਰਮੇਸ਼ਵਰ ਸਾਨੂੰ ਸਮਰਥ ਦਿੰਦੇ ਹਨ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਸਵੀਕਾਰ ਕੀਤਾ ਹੈ। ਉਹ ਉਹਨਾਂ ਨੂੰ ਦਾਊਦ ਦੇ ਵਾਂਗ ਸਮਝ ਅਤੇ ਵਿਸ਼ਵਾਸ ਦਿੰਦੇ ਹਨ। ਆਸ ਕਰਦੇ ਹੋਏ ਕਿ ਸਿਯੋਨ ਦੇ ਸਾਡੇ ਸਾਰੇ ਭਰਾ ਤੇ ਭੈਣਾਂ ਜਾਗ ਜਾਣਗੇ ਅਤੇ ਉੱਠ ਕੇ ਯਰੂਸ਼ਲਮ ਦੀ ਜੋਤੀ ਅਤੇ ਪਿਤਾ ਜੀ ਦੀ ਸੱਚਾਈ ਦੀ ਜੋਤੀ ਨੂੰ ਸ਼ਕਤੀਸ਼ਾਲੀ ਰੂਪ ਨਾਲ ਚਮਕਾਉਣਗੇ। ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।